ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ। ਪੇਸ਼ ਹੈ ਲੇਖ ਪੰਜਾਬੀ ਭਾਸ਼ਾ ਅਨੁਵਾਦ ਤੇ ਮੀਡੀਆ। ਹੈਲੋ ਐਵਰੀਵਨ, ਸਤਿ ਸ੍ਰੀ ਅਕਾਲ ਜੀ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਪੰਜਾਬੀ ਭਾਸ਼ਾ ਅਨੁਵਾਦ ਤੇ ਮੀਡੀਆ। ਇਹ ਇੱਕ ਲੇਖ ਹੈ ਜਿਹੜਾ ਕਿ ਡਾਕਟਰ ਪ੍ਰਿਥਵੀ ਰਾਜ ਥਾਪਰ ਦਾ ਲਿਖਿਆ ਹੋਇਆ ਹੈ। ਇਸ ਲੇਖ ਦੇ ਵਿੱਚ ਲੇਖਕ ਲਿਖਦੇ ਹਨ ਕਿ ਹਰ ਖੇਤਰ ਦੀ ਆਪਣੀ ਭਾਸ਼ਾ ਦੀ ਇੱਕ ਸ਼ਬਦਾਵਲੀ ਹੁੰਦੀ ਹੈ। ਇਸੇ ਤਰ੍ਹਾਂ ਧਰਮ, ਸਮਾਜ, ਰਾਜਨੀਤੀ, ਅਰਥ ਸ਼ਾਸਤਰ ਅਤੇ ਸਾਹਿਤ ਦੀ ਵੀ ਆਪਣੀ ਸ਼ਬਦਾਵਲੀ ਹੁੰਦੀ ਹੈ। ਭਾਸ਼ਾ ਦੇ ਗਿਆਨ ਤੋਂ ਬਿਨਾਂ ਮੀਡੀਆ ਦਾ ਪ੍ਰਸਤੁਤੀਕਰਨ ਅਸੰਭਵ ਹੁੰਦਾ ਹੈ। ਭਾਰਤ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਮੀਡੀਆ ਦਾ ਬੋਲਬਾਲਾ ਹੈ। ਸਦੀ ਦੇ ਆਖਰੀ ਦਹਾਕੇ ਵਿੱਚ ਖੇਤਰੀ ਭਾਸ਼ਾਵਾਂ ਦੇ ਚੈਨਲ ਆਉਣੇ ਸ਼ੁਰੂ ਹੋ ਗਏ ਸਨ। ਦੂਰਦਰਸ਼ਨ ਪੰਜਾਬੀ ਤੋਂ ਬਾਅਦ ਨਿੱਜੀ ਚੈਨਲਾਂ ਵਿੱਚ PTC ਪੰਜਾਬੀ, ਪੰਜਾਬ ਟੁਡੇ, PTC ਨਿਊਜ਼, MH1 ਤੇ ਚੜ੍ਹਦੀ ਕਲਾ ਵਰਗੇ ਚੈਨਲਾਂ ਦੀ ਸ਼ੁਰੂਆਤ ਹੋਈ। ਪੰਜਾਬੀ ਦੀ ਸੇਵਾ ਲਈ ਪੰਜਾਬੀ ਟ੍ਰਿਬਿਊਨ, ਜਗਬਾਣੀ, ਅਜੀਤ, ਪੰਜਾਬੀ ਜਾਗਰਣ, ਦੇਸ਼ ਪ੍ਰਦੇਸ਼, ਰੋਜ਼ਾਨਾ ਸਪੋਕਸਮੈਨ ਆਦਿ ਅਖਬਾਰਾਂ ਵੀ ਛਪ ਰਹੀਆਂ ਹਨ। ਮੀਡੀਆ ਲਈ ਭਾਸ਼ਾ ਇੱਕ ਮਹੱਤਵਪੂਰਨ ਮਸਲਾ ਹੈ। ਅੱਜ ਦਾ ਪਾਠਕ ਔਖੀ ਅਤੇ ਗੁੰਝਲਦਾਰ ਭਾਸ਼ਾ ਨੂੰ ਪਸੰਦ ਨਹੀਂ ਕਰਦਾ। ਭਾਸ਼ਾ ਨੂੰ ਸਵੀਕਾਰ ਕਰਨਾ ਜਾਂ ਰੱਦ ਕਰਨਾ ਦਰਸ਼ਕਾਂ ਦੇ ਹੱਥ ਵਿੱਚ ਹੈ। ਅੱਜ ਵਿਗਿਆਨ ਦੀਆਂ ਕਾਢਾਂ ਨੇ ਉਹਨਾਂ ਨੂੰ ਨਵੇਂ ਸਾਧਨ ਦਿੱਤੇ ਹਨ। ਅੱਜ ਅਖਬਾਰਾਂ ਤੇ ਦੂਰਦਰਸ਼ਨ ਦੇ ਬਦਲੇ ਉਹਨਾਂ ਕੋਲ ਹੋਰ ਅਨੇਕਾਂ ਮੀਡੀਆ ਦੇ ਸਾਧਨ ਹਨ। ਪੰਜਾਬੀ ਭਾਸ਼ਾ ਅਮੀਰ ਹੈ ਅਤੇ ਇਸ ਨੂੰ ਹੋਰ ਸਰਲ ਅਤੇ ਮੁਹਾਵਰੇਦਾਰ ਤਰੀਕੇ ਨਾਲ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਕਈ ਵਾਰ ਮੀਡੀਆ ਵਿੱਚ ਪੱਤਰਕਾਰ ਸੰਮੇਲਨ ਨੂੰ ਜਾਣਕਾਰੀ ਦਿੰਦੇ ਸਮੇਂ ਅਰਥਾਂ ਦਾ ਅਨਰਥ ਹੁੰਦਾ ਹੈ। ਇਸ ਲਈ ਭਾਸ਼ਾ ਦੀ ਸਹੀ ਵਰਤੋਂ ਜ਼ਰੂਰੀ ਹੈ। ਪਾਠਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਣ ਦਾ ਕੰਮ ਕਰਨਾ ਚਾਹੀਦਾ ਹੈ। ਛੋਟੇ ਸਰਲ ਵਾਕ ਹਰ ਕਿਸੇ ਦੇ ਆਸਾਨੀ ਨਾਲ ਸਮਝ ਆ ਸਕਦੇ ਹਨ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਮੀਡੀਆ ਦੀ ਬੋਲੀ ਵਿੱਚ ਕੋਈ ਵੀ ਹੋਰ ਬੋਲੀ ਸ਼ਾਮਿਲ ਨਾ ਹੋਵੇ। ਆਪਣੀ ਮਨਮਰਜ਼ੀ ਦੀ ਸ਼ਬਦਾਵਲੀ ਪਾਠਕਾਂ ਤੇ ਥੋਪ ਨਹੀਂ ਸਕਦੇ। ਇਸ ਲਈ ਭਾਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜੀ ਸਾਰਿਆਂ ਨੂੰ ਪਸੰਦ ਆ ਸਕੇ, ਉਹਨਾਂ ਨੂੰ ਪ੍ਰਭਾਵਿਤ ਕਰ ਸਕੇ। ਪੰਜਾਬੀ ਭਾਸ਼ਾ ਦੇ ਵਿਆਕਰਨਕ ਨਿਯਮਾਂ ਤੇ ਧਿਆਨ ਦੇਣਾ ਵੀ ਜ਼ਰੂਰੀ ਹੈ। ਸ਼ਬਦਾਂ ਦੇ ਪ੍ਰਯੋਗ ਸਮੇਂ ਮੀਡੀਆ ਦੇ ਵੱਖ ਵੱਖਰੇ ਅਦਾਰਿਆਂ ਦੀ ਪਰੰਪਰਾ ਨੂੰ ਅਪਣਾਉਣਾ ਵੀ ਜ਼ਰੂਰੀ ਹੈ। ਅਨੁਵਾਦ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਹੈ। ਇਸ ਦੀ ਮਦਦ ਨਾਲ ਦੁਨੀਆ ਦੀਆਂ ਭਾਸ਼ਾਵਾਂ ਨੂੰ ਅਸੀਂ ਸੌਖੇ ਹੀ ਸਮਝ ਸਕਦੇ ਹਾਂ। ਭਾਰਤ ਦੀ ਪਾਰਲੀਮੈਂਟ ਵਿੱਚ ਵੱਖ-ਵੱਖ ਸੂਬਿਆਂ ਦੇ ਮੈਂਬਰ ਹੁੰਦੇ ਹਨ। ਉਹਨਾਂ ਦੀਆਂ ਬੋਲੀਆਂ ਭਾਸ਼ਾਵਾਂ ਵੀ ਵੱਖ-ਵੱਖ ਹੁੰਦੀਆਂ ਹਨ। ਇਸ ਤਰ੍ਹਾਂ ਉਹਨਾਂ ਦੀਆਂ ਭਾਸ਼ਾਵਾਂ ਦਾ ਅਨੁਵਾਦ ਕਰਕੇ ਸਾਰਿਆਂ ਦੇ ਸਾਹਮਣੇ ਵਿਚਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਨੁਵਾਦ ਰਾਸ਼ਟਰੀ ਏਕਤਾ ਲਈ ਸਾਧਨ ਵਜੋਂ ਕੰਮ ਕਰਦਾ ਹੈ। ਅਨੁਵਾਦ ਨੇ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਕਰ ਲਿਆ ਹੈ। ਦੂਜੀਆਂ ਭਾਸ਼ਾਵਾਂ ਨੂੰ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਤੇ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਅਨੁਵਾਦ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਹੋਰ ਅਮੀਰ ਬਣਾਇਆ ਹੈ। ਮੀਡੀਆ ਦਾ ਸਾਰਾ ਕੰਮਕਾਜ ਅਨੁਵਾਦ ਤੇ ਹੀ ਨਿਰਭਰ ਹੈ। ਪੱਤਰਕਾਰਿਤਾ ਅਤੇ ਯੂਨੀਵਰਸਿਟੀਆਂ ਵਿੱਚ ਵੀ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ। ਅਨੁਵਾਦ ਰੁਜ਼ਗਾਰ ਦਾ ਰੂਪ ਵੀ ਧਾਰਨ ਕਰ ਚੁੱਕਿਆ ਹੈ। ਅਨੁਵਾਦ ਦਾ ਅਰਥ ਮੁੜ ਤੋਂ ਕਹਿਣਾ ਜਾਂ ਕਿਸੇ ਦੇ ਕਹਿਣ ਮਗਰੋਂ ਕਹਿਣਾ। ਅਨੁਵਾਦ ਲਿਖਤੀ ਅਤੇ ਬੋਲੀ ਦੋਹਾਂ ਰਾਹੀਂ ਹੁੰਦਾ ਹੈ। ਅਨੁਵਾਦ ਤੋਂ ਭਾਵ ਇੱਕ ਭਾਸ਼ਾ ਦੇ ਪਾਠ ਨੂੰ ਦੂਜੀ ਭਾਸ਼ਾ ਵਿੱਚ ਬਦਲਣ ਤੋਂ ਹੈ। ਅਨੁਵਾਦ ਦਾ ਕੰਮ ਹੁੰਦਾ ਹੈ ਇਸ ਦੇ ਅਰਥ ਨਾ ਬਦਲਣ ਬਲਕਿ ਉਹਨਾਂ ਦਾ ਭਾਸ਼ਾਈ ਰੂਪ ਬਦਲੇ। ਅੰਗਰੇਜ਼ੀ ਦੇ ਕਿਸੇ ਪਾਠ ਨੂੰ ਪੰਜਾਬੀ ਵਿੱਚ ਬਦਲਣ ਨਾਲ ਇਸ ਦੇ ਅਰਥ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾਂਦਾ ਤੇ ਨਾ ਹੀ ਹੋਣਾ ਚਾਹੀਦਾ ਹੈ। ਵਿਦਵਾਨ ਵਾਤਸਿਆਨ ਮਾਸ਼ਾ ਅਨੁਸਾਰ ਕਿਸੇ ਇੱਕ ਭਾਸ਼ਾ ਦੀ ਪਾਠ ਸਮੱਗਰੀ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਉਸੇ ਰੂਪ ਵਿੱਚ ਰੂਪਾਂਤਰਿਤ ਕਰਨ ਨੂੰ ਅਨੁਵਾਦ ਕਿਹਾ ਜਾਂਦਾ ਹੈ। ਪਲੇਟੋ ਅਨੁਸਾਰ ਅਨੁਵਾਦ ਨਕਲ ਦੀ ਦੁਬਾਰਾ ਨਕਲ ਹੈ। ਜਦੋਂ ਅਸੀਂ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਵਿੱਚ ਬਦਲਦੇ ਹਾਂ ਤਾਂ ਇਹ ਵਿਗਿਆਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਨੁਵਾਦ ਦੀ ਸਮੱਸਿਆ ਇੱਕ ਮੁੱਖ ਚੁਣੌਤੀ ਹੈ। ਸਾਰੀਆਂ ਖਬਰ ਏਜੰਸੀਆਂ ਅੰਗਰੇਜ਼ੀ ਜਾਂ ਹਿੰਦੀ ਵਿੱਚ ਅਨੁਵਾਦ ਕਰਦੀਆਂ ਹਨ।
ਅਨੁਵਾਦ ਕਰਦੇ ਸਮੇਂ ਇਸ ਦੇ ਮੂਲ ਰੂਪ ਵਿੱਚ ਕੋਈ ਬਦਲਾਵ ਨਹੀਂ ਕੀਤਾ ਜਾਂਦਾ। ਜਦੋਂ ਅੰਗਰੇਜ਼ੀ ਤੇ ਹਿੰਦੀ ਦੇ ਸ਼ਬਦਾਂ ਦਾ ਗਿਆਨ ਨਾ ਹੋਣ ਕਰਕੇ ਉਹਨਾਂ ਨੂੰ ਉਸੇ ਤਰ੍ਹਾਂ ਸਾਡੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਤਾਂ ਇਸ ਦਾ ਰੂਪ ਹੈ ਜਿਹੜਾ, ਯਾਨੀ ਪੰਜਾਬੀ ਰੂਪ ਹੈ ਜਿਹੜਾ, ਉਹ ਵਿਗੜ ਜਾਂਦਾ ਹੈ। ਜਦੋਂ ਪੰਜਾਬੀ ਵਿੱਚ ਅੰਗਰੇਜ਼ੀ ਹਿੰਦੀ ਨੂੰ ਅਨੁਵਾਦ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਨਾਮ ਲਿਖਣ ਦੀ ਵੀ ਸਮੱਸਿਆ ਹੁੰਦੀ ਹੈ। ਰੇਡੀਓ ਅਤੇ ਟੈਲੀਵਿਜ਼ਨ ਤੇ ਖਬਰਾਂ ਬੋਲਦੇ ਸਮੇਂ ਕਈ ਵਾਰ ਨਾਂ ਦਾ ਉਚਾਰਨ ਗਲਤ ਹੁੰਦਾ ਹੈ, ਜਿਵੇਂ ਚੀਨੀ, ਜਾਪਾਨੀ ਜਾਂ ਅਫਰੀਕਨ ਲੋਕਾਂ ਦੇ ਨਾਂ। ਕਿਸੇ ਵੀ ਭਾਸ਼ਾ ਨੂੰ ਉਸਦੇ ਆਪਣੇ ਸੱਭਿਆਚਾਰ ਪਰਿਪੇਖ ਵਿੱਚ ਸਮਝਿਆ ਜਾ ਸਕਦਾ ਹੈ, ਭਾਵ ਕਿ ਇਸ ਦਾ ਹੂਬਹੂ ਅਨੁਵਾਦ ਕਰਨਾ ਕਠਿਨ ਹੁੰਦਾ ਹੈ, ਬਲਕਿ ਕਈ ਵਾਰੀ ਤਾਂ ਇਹ ਅਸੰਭਵ ਵੀ ਹੁੰਦਾ ਹੈ। ਕਈ ਵਾਰ ਅਨੁਵਾਦ ਵਿੱਚ ਸੰਖੇਪ ਰੂਪ ਮਜ਼ਾਕ ਲੱਗਦਾ ਹੈ। ਖਬਰ ਲਿਖਦੇ ਸਮੇਂ ਕਈ ਵਾਰ ਇਸ ਨੂੰ ਸੰਖੇਪ ਰੂਪ ਵਿੱਚ ਹੀ ਲਿਖਿਆ ਜਾਂਦਾ ਹੈ। ਕਿਸੇ ਦਾ ਨਾਂ ਸ਼ੁਰੂ ਵਿੱਚ ਪੂਰਾ ਬੋਲਣ ਤੋਂ ਬਾਅਦ ਉਸ ਦਾ ਸੰਖੇਪ ਰੂਪ ਹੀ ਬੋਲਿਆ ਜਾਂਦਾ ਹੈ, ਜਿਵੇਂ ਸ਼੍ਰੀਮਤੀ ਕਲਪਨਾ ਚਾਵਲਾ ਦਾ ਸੰਖੇਪ ਰੂਪ ਸ਼੍ਰੀਮਤੀ ਚਾਵਲਾ ਹੈ। ਇਸੇ ਤਰ੍ਹਾਂ ਭਗਵੰਤ ਮਾਨ ਦਾ ਨਾਮ ਸ਼ੁਰੂ ਦੇ ਵਿੱਚ ਪੂਰਾ ਲਿਖਿਆ ਜਾਂਦਾ ਹੈ, ਪਰ ਬਾਅਦ ਵਿੱਚ ਸ਼੍ਰੀਮਾਨ ਨਾਲ ਹੀ ਕੰਮ ਚਲਾਇਆ ਜਾਂਦਾ ਹੈ। ਆਖਰ ਦੇ ਵਿੱਚ ਲੇਖਕ ਹੈ ਜਿਹੜਾ, ਇਹ ਅਨੁਵਾਦ ਕਰਨ ਦੇ ਲਈ ਇੱਕ ਸੁਝਾਅ ਦਿੰਦਾ ਹੈ ਕਿ ਭਾਸ਼ਾ ਦੇ ਅਨੁਵਾਦ ਦਾ ਮੀਡੀਆ ਵਿੱਚ ਖਾਸ ਯੋਗਦਾਨ ਹੈ। ਮੀਡੀਆ ਰਾਹੀਂ ਭਾਸ਼ਾ ਬੋਲ ਕੇ ਤੇ ਲਿਖ ਕੇ ਪ੍ਰਗਟ ਕੀਤੀ ਜਾਂਦੀ ਹੈ। ਸੋ ਅਨੁਵਾਦ ਕਰਦੇ ਵਕਤ ਲੇਖਕ ਇਹ ਸਲਾਹ ਦਿੰਦਾ ਹੈ ਕਿ ਅਨੁਵਾਦ ਵੇਲੇ ਸੰਜਮ, ਸਰਲਤਾ ਅਤੇ ਸੰਚਾਰ ਦਾ ਮਿਸ਼ਰਣ ਹੋਣਾ ਚਾਹੀਦਾ ਹੈ। ਆਖਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਈ ਥਾਵਾਂ ਉੱਪਰ ਅਨੁਵਾਦ ਸਫਲ ਹੁੰਦਾ ਹੈ ਤੇ ਕਈ ਵਾਰੀ ਆਪਣਾ ਸੰਤੁਲਨ ਖੋ ਕੇ ਹਾਸੋਹੀਣਾ ਹੋ ਨਿਬੜਦਾ ਹੈ। ਅਨੁਵਾਦ ਵਪਾਰ, ਤਕਨੀਕ, ਸੰਗੀਤ ਤੇ ਵਿਗਿਆਨ ਦੇ ਪੱਧਰ ਤੇ ਸਹੀ ਮੰਨਿਆ ਜਾਂਦਾ ਹੈ। ਸੰਗੀਤ ਦੇ ਸੁਰ ਜਿਵੇਂ ਸਾਰੇ ਗਾਮਾ ਵਿੱਚ ਅਸੀਂ ਸ਼ਬਦ ਨੂੰ ਅਨੁਵਾਦ ਦਾ ਹੀ ਪ੍ਰਯੋਗ ਕਰਾਂਗੇ। ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਆਦਰਸ਼ ਅਨੁਵਾਦ ਉਹ ਹੁੰਦਾ ਹੈ ਜੋ ਸ਼ਬਦ ਅਨੁਵਾਦ ਅਤੇ ਭਾਵ ਅਨੁਵਾਦ ਦੋਵਾਂ ਪਰਿਸਥਿਤੀਆਂ ਨੂੰ ਅਪਣਾ ਕੇ ਮੂਲ ਭਾਵ ਦੇ ਨਾਲ ਨਾਲ ਮੂਲ ਸ਼ੈਲੀ ਨੂੰ ਵੀ ਆਪਣੇ ਵਿੱਚ ਉਤਾਰ ਲੈਂਦਾ ਹੈ ਤੇ ਨਾਲ ਹੀ ਲਕਸ਼ ਭਾਸ਼ਾ ਦੀ ਸਹਿਜ ਪ੍ਰਕਿਰਤੀ ਦਾ ਸੰਤੁਲਨ ਵੀ ਬਣਾਈ ਰੱਖਦਾ ਹੈ। ਸੋ ਇਹ ਸੀ ਜੀ ਲੇਖ, ਜਿਸ ਵਿੱਚ ਲੇਖਕ ਨੇ ਪੰਜਾਬੀ ਭਾਸ਼ਾ, ਅਨੁਵਾਦ ਤੇ ਮੀਡੀਆ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਮੀਡੀਆ ਦੇ ਯੋਗਦਾਨ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਅਨੁਵਾਦ ਦੀ ਪਰਿਭਾਸ਼ਾ ਤੇ ਵਿਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਨੁਵਾਦ ਕਰਨ ਵਿੱਚ ਆਉਣ ਵਾਲੀਆਂ ਸਮੱਸਿਆ ਨੂੰ ਹੱਲ ਕਰਨ ਦੇ ਤਰੀਕੇ ਵੀ ਦਰਸਾਏ ਗਏ ਹਨ। ਅਨੁਵਾਦ ਲਈ ਲੋੜੀਂਦੀ ਸ਼ਬਦਾਵਲੀ ਦੇ ਅਭਿਆਸ ਲਈ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵਾਲੀ ਸ਼ਬਦਾਵਲੀ ਦਿੱਤੀ ਗਈ ਹੈ। ਸੋ ਲੇਖ ਪੰਜਾਬੀ ਭਾਸ਼ਾ, ਅਨੁਵਾਦ ਤੇ ਮੀਡੀਆ, ਇਸ ਲੇਖ ਤੋਂ ਬਾਅਦ ਇਸ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ ਹੈ, ਪੰਜਾਬੀ ਦੀਆਂ ਪ੍ਰਸਿੱਧ ਅਖਬਾਰਾਂ ਦੇ ਨਾਮ ਦੱਸੋ। ਸੋ ਪੰਜਾਬੀ ਦੇ ਵਿੱਚ ਪੰਜਾਬੀ ਟ੍ਰਿਬਿਊਨ, ਜਗਬਾਣੀ, ਦੇਸ਼ ਸੇਵਕ, ਨਵਾਂ ਜ਼ਮਾਨਾ, ਰੋਜ਼ਾਨਾ ਸਪੋਕਸਮੈਨ, ਪੰਜਾਬੀ ਜਾਗਰਣ ਅਤੇ ਅਜੀਤ ਵਰਗੇ ਅਖਬਾਰ ਛਪ ਰਹੇ ਹਨ। ਪ੍ਰਸ਼ਨ ਹੈ, ਸਮਾਸੀ ਸ਼ਬਦ ਕੀ ਹੁੰਦੇ ਹਨ? ਉਦਾਹਰਨ ਸਹਿਤ ਦੱਸੋ। ਸਮਾਸ ਦਾ ਅਰਥ ਹੁੰਦਾ ਹੈ ਜੋੜਨਾ ਜਾਂ ਫਿਰ ਸੰਖੇਪ ਕਰਨਾ। ਜਦੋਂ 2 ਜਾਂ 3 ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਇੱਕ ਨਵਾਂ ਸ਼ਬਦ ਅਰਥ ਦੇਣ ਵਾਲਾ ਵੱਖਰਾ ਸ਼ਬਦ ਬਣ ਜਾਵੇ ਤਾਂ ਉਸ ਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਹਾਂ। ਜਿਵੇਂ ਹੱਥ ਨੂੰ ਲੱਗਣ ਵਾਲੀ ਕੜੀ, ਹੱਥ ਕੜੀ, ਲੋਕਾਂ ਦਾ ਰਾਜ, ਲੋਕ ਰਾਜ। ਪ੍ਰਸ਼ਨ ਹੈ, ਅਨੁਵਾਦ ਦੀ ਪਰਿਭਾਸ਼ਾ ਦਿਓ। ਇਸ ਦਾ ਉੱਤਰ ਹੈ, ਅਨੁਵਾਦ ਦਾ ਅਰਥ ਦੂਜੀ ਭਾਸ਼ਾ ਦੇ ਵਿਚਾਰਾਂ ਨੂੰ ਆਪਣੀ ਭਾਸ਼ਾ ਦੇ ਆਚਾਰ ਵਿਹਾਰ ਅਨੁਸਾਰ ਢਾਲ ਕੇ ਪੇਸ਼ ਕਰਨਾ ਹੁੰਦਾ ਹੈ। ਵਾਤਸਿਆਨ ਮਾਸ਼ਾ ਅਨੁਸਾਰ ਇੱਕ ਭਾਸ਼ਾ ਦੀ ਪਾਠ ਸਮੱਗਰੀ ਨੂੰ ਕਿਸੇ ਦੂਜੀ ਭਾਸ਼ਾ ਦੇ ਉਸੇ ਰੂਪ ਵਿੱਚ ਰੂਪਾਂਤਰਿਤ ਕਰਨ ਨੂੰ ਹੀ ਅਨੁਵਾਦ ਕਿਹਾ ਜਾਂਦਾ ਹੈ। ਪ੍ਰਸ਼ਨ ਹੈ, ਅਨੁਵਾਦ ਦੀਆਂ ਸਮੱਸਿਆਵਾਂ ਉੱਪਰ ਰੋਸ਼ਨੀ ਪਾਓ। ਤਾਂ ਇਸ ਦਾ ਉੱਤਰ ਹੈ ਜੀ,
ਅਨੁਵਾਦ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸ ਦੇ ਮੂਲ ਰੂਪ ਵਿੱਚ ਕੋਈ ਬਦਲਾਅ ਨਾ ਹੋਵੇ। ਵਾਕ ਦਾ ਭਾਵ ਕੱਢ ਕੇ ਅਨੁਵਾਦ ਕਰਨਾ ਚਾਹੀਦਾ ਹੈ। ਭਾਸ਼ਾ ਦਾ ਪੂਰਾ ਗਿਆਨ ਨਾ ਹੋਣ ਦੇ ਕਾਰਨ ਅੰਗਰੇਜ਼ੀ ਹਿੰਦੀ ਦੇ ਸ਼ਬਦਾਂ ਨੂੰ ਉਸੇ ਤਰ੍ਹਾਂ ਹੀ ਵਰਤਿਆ ਜਾ ਰਿਹਾ ਹੈ ਜਿਸ ਨਾਲ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵਿਗੜ ਰਿਹਾ ਹੈ। ਚੀਨੀ, ਜਾਪਾਨੀ, ਅਫਰੀਕਨ ਲੋਕਾਂ ਦੇ ਨਾਂ ਪੰਜਾਬੀ ਵਿੱਚ ਅਨੁਵਾਦ ਕਰਦੇ ਸਮੇਂ ਬਦਲ ਜਾਂਦੇ ਹਨ। ਸੋ ਇਹ ਕੁਝ ਸਮੱਸਿਆਵਾਂ ਨੇ ਜਿਹੜੀਆਂ ਕਿ ਸਾਨੂੰ ਅਨੁਵਾਦ ਕਰਦੇ ਸਮੇਂ ਪੇਸ਼ ਆਉਂਦੀਆਂ ਹਨ। ਪ੍ਰਸ਼ਨ, ਨਾਂ ਦਾ ਅਨੁਵਾਦ ਕਰਨ ਦੀ ਵਿਧੀ ਦੱਸੋ। ਤਾਂ ਇਸ ਪਾਠ ਦੇ ਵਿੱਚ ਨਾਂ ਦਾ ਅਨੁਵਾਦ ਕਰਦੇ ਵਕਤ ਨਾਂ ਦੀ ਭਾਵਨਾ ਨਹੀਂ ਬਦਲਣੀ ਚਾਹੀਦੀ ਤੇ ਢੁਕਵੇਂ ਸ਼ਬਦਾਂ ਦੀ ਸੋ ਲੇਖਕ ਦੱਸਦਾ ਹੈ ਕਿ ਨਾਂ ਦਾ ਅਨੁਵਾਦ ਕਰਦੇ ਵਕਤ ਨਾਂ ਦੀ ਭਾਵਨਾ ਨਹੀਂ ਬਦਲਣੀ ਚਾਹੀਦੀ ਤੇ ਢੁਕਵੇਂ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ। ਨਾਲ ਹੀ ਸਹੀ ਵਿਆਕਰਨ ਦੀ ਵਰਤੋਂ ਵੀ ਹੋਣੀ ਚਾਹੀਦੀ ਹੈ। ਸ਼ਬਦਾਂ ਦੇ ਨਿਰਮਾਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਨੁਵਾਦਕ ਕੋਲ ਨਾਂ ਦੇ ਅਰਥ ਨੂੰ ਸਮਝਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਨਹੀਂ ਤਾਂ ਫਿਰ ਨਾਂ ਦਾ ਅਨੁਵਾਦ ਕਈ ਵਾਰ ਬਹੁਤ ਗਲਤ ਉਚਾਰਨ ਦਿੰਦਾ ਹੈ। ਪ੍ਰਸ਼ਨ, ਪੰਜਾਬੀ ਭਾਸ਼ਾ ਅਨੁਵਾਦ ਤੇ ਮੀਡੀਆ, ਇਹ ਲੇਖ ਕਿਸ ਦਾ ਲਿਖਿਆ ਹੋਇਆ ਹੈ। ਤਾਂ ਇਹ ਜਿਹੜਾ ਲੇਖ ਹੈ ਡਾਕਟਰ ਪ੍ਰਿਥਵੀ ਰਾਜ ਥਾਪਰ ਦਾ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਪ੍ਰਸ਼ਨ ਹੈ, ਕਿਸ ਦੀ ਜਾਣਕਾਰੀ ਤੋਂ ਬਿਨਾਂ ਮੀਡੀਆ ਦੀ ਪੇਸ਼ਕਾਰੀ ਜਾਂ ਅਨੁਵਾਦ ਸਹੀ ਨਹੀਂ ਹੋ ਸਕਦਾ। ਤਾਂ ਇਸ ਦਾ ਉੱਤਰ ਹੈ ਜੀ, ਭਾਸ਼ਾ ਦੀ ਜਾਣਕਾਰੀ ਤੋਂ ਬਿਨਾਂ ਮੀਡੀਆ ਦੀ ਪੇਸ਼ਕਾਰੀ ਤੇ ਅਨੁਵਾਦ ਨਹੀਂ ਹੋ ਸਕਦਾ। ਇਸ ਤੋਂ ਬਾਅਦ ਪ੍ਰਸ਼ਨ, ਖੇਤੀ ਭਾਸ਼ਾਵਾਂ ਦੇ ਚੈਨਲ ਕਦੋਂ ਹੋਂਦ ਵਿੱਚ ਆਏ। ਤਾਂ ਖੇਤਰੀ ਭਾਸ਼ਾਵਾਂ ਦੇ ਚੈਨਲ 20ਵੀਂ ਸਦੀ ਦੇ ਅੰਤਿਮ ਦਹਾਕੇ ਵਿੱਚ ਹੋਂਦ ਵਿੱਚ ਆਏ। ਭਾਵ ਲੇਖ ਦਾ ਕਹਿਣ ਦਾ ਅਰਥ ਹੈ ਕਿ 1990 ਤੋਂ ਲੈ ਕੇ 2000 ਦੇ ਵਿਚਕਾਰ ਹੈ ਜਿਹੜੇ ਇਹ ਚੈਨਲ ਆਉਣੇ ਸ਼ੁਰੂ ਹੋ ਗਏ ਸਨ। ਪ੍ਰਸ਼ਨ, ਦੂਜੀਆਂ ਭਾਸ਼ਾਵਾਂ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਸ ਦਾ ਉੱਤਰ ਹੈ ਜੀ, ਦੂਜੀਆਂ ਭਾਸ਼ਾਵਾਂ ਨੂੰ ਅਨੁਵਾਦ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਤੋਂ ਬਾਅਦ ਪ੍ਰਸ਼ਨ, ਭਾਰਤੀ ਪਾਰਲੀਮੈਂਟ ਵਿੱਚ ਕਿਸ ਤਰ੍ਹਾਂ ਦੇ ਮੈਂਬਰ ਹਨ। ਤਾਂ ਭਾਰਤੀ ਪਾਰਲੀਮੈਂਟ ਵਿੱਚ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਭਾਸ਼ਾਵਾਂ ਨੂੰ ਬੋਲਣ ਵਾਲੇ ਮੈਂਬਰ ਸ਼ਾਮਲ ਹੁੰਦੇ ਹਨ। ਪ੍ਰਸ਼ਨ, ਭਾਸ਼ਾ ਕਿਸ ਨੂੰ ਆਖਦੇ ਹਨ। ਇਸ ਦਾ ਉੱਤਰ ਹੈ, ਜਦੋਂ ਅਸੀਂ ਰੋਜ਼ਾਨਾ ਦੀ ਬੋਲਚਾਲ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਤਾਂ ਉਸ ਨੂੰ ਭਾਸ਼ਾ ਕਹਿੰਦੇ ਹਨ। ਭਾਸ਼ਾ ਲਿਖਤੀ ਰੂਪ ਵਿੱਚ ਵੀ ਹੁੰਦੀ ਹੈ ਤੇ ਬੋਲੀ ਵੀ ਜਾਂਦੀ ਹੈ। ਇਸ ਤੋਂ ਬਾਅਦ ਪ੍ਰਸ਼ਨ, ਅਨੁਵਾਦ ਕਰਨ ਦੀ ਕੀ ਸ਼ਰਤ ਹੈ। ਇਸ ਦਾ ਉੱਤਰ ਹੈ ਜੀ, ਅਨੁਵਾਦ ਕਰਦੇ ਸਮੇਂ ਇਹ ਸ਼ਰਤ ਹੁੰਦੀ ਹੈ ਕਿ ਇਸ ਦੇ ਮੂਲ ਰੂਪ ਦੇ ਵਿੱਚ ਕੋਈ ਬਦਲਾਵ ਨਾ ਹੋਵੇ। ਇਸ ਤੋਂ ਬਾਅਦ ਪ੍ਰਸ਼ਨ, ਅਨੁਵਾਦ ਕਰਦੇ ਸਮੇਂ ਕਿਹੜੀਆਂ 3 ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਦਾ ਉੱਤਰ ਹੈ ਜੀ, ਅਨੁਵਾਦ ਕਰਦੇ ਸਮੇਂ ਸੰਜਮ, ਸਰਲਤਾ ਤੇ ਸੰਚਾਰ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪਾਠ ਦੇ ਆਧਾਰ ਤੇ ਕੁਝ ਵਾਕ ਦਿੱਤੇ ਗਏ ਹਨ। ਉਹਨਾਂ ਦੇ ਠੀਕ ਜਾਂ ਗਲਤ ਹੋਣ ਦਾ ਨਿਰਣਾ ਅਸੀਂ ਪਾਠ ਦੇ ਆਧਾਰ ਤੇ ਹੀ ਦੇਣਾ ਹੈ। ਪਹਿਲਾ ਵਾਕ ਹੈ, ਅਨੁਵਾਦ ਕਰਨ ਦੀ ਸਮੱਸਿਆ ਕੋਈ ਗੰਭੀਰ ਮਸਲਾ ਨਹੀਂ ਹੈ। ਇਹ ਵਾਕ ਗਲਤ ਹੈ ਕਿਉਂਕਿ ਅਨੁਵਾਦ ਕਰਦੇ ਸਮੇਂ ਕੋਈ ਸਮੱਸਿਆਵਾਂ ਆਉਂਦੀਆਂ ਹਨ, ਸੋ ਇਸ ਕਰਕੇ ਇਹ ਇੱਕ ਗੰਭੀਰ ਮਸਲਾ ਹੈ। ਅਨੁਵਾਦ ਦਾ ਕੰਮ ਪਾਠ ਦਾ ਅਰਥ ਪਰਿਵਰਤਨ ਕਰਨਾ ਹੁੰਦਾ ਹੈ। ਇਹ ਵਾਕ ਵੀ ਗਲਤ ਹੈ। ਉਹਦੇ ਅਨੁਵਾਦ ਵੇਲੇ ਪਾਠ ਦੇ ਅਰਥ ਦੇ ਵਿੱਚ ਉਸ ਦੀ ਮੂਲ ਭਾਵਨਾ ਦੇ ਵਿੱਚ ਪਰਿਵਰਤਨ ਨਹੀਂ ਹੋਣਾ ਚਾਹੀਦਾ, ਬਲਕਿ ਭਾਸ਼ਾ ਦੇ ਵਿੱਚ ਹੀ ਪਰਿਵਰਤਨ ਹੋਣਾ ਚਾਹੀਦਾ ਹੈ। ਅੱਗੇ ਵਾਕ ਹੈ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦਾ ਪ੍ਰਭਾਵ ਮੀਡੀਆ ਦੇ ਵਿੱਚ ਖਾਸ ਤੌਰ ਤੇ ਵੱਧ ਚੁੱਕਿਆ ਹੈ। ਇਹ ਵਾਕ ਠੀਕ ਹੈ। ਨਾਂ ਇੱਕ ਵਾਰੀ ਪੂਰਾ ਲਿਖ ਕੇ ਉਸ ਤੋਂ ਬਾਅਦ ਜਦੋਂ ਵੀ ਉਸ ਨਾਂ ਦਾ ਪ੍ਰਯੋਗ ਹੁੰਦਾ ਤਾਂ ਉਸ ਦਾ ਸੰਖੇਪ ਰੂਪ ਲਿਖਿਆ ਜਾਂਦਾ ਹੈ ਜਾਂ ਜਾ ਸਕਦਾ ਹੈ। ਇਹ ਵਾਕ ਵੀ ਠੀਕ ਹੈ। ਅਨੁਵਾਦ ਕਰਦੇ ਸਮੇਂ ਯੋਗ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਵਾਕ ਗਲਤ ਹੈ। ਯੋਗ ਸ਼ਬਦਾਵਲੀ, ਢੁਕਵੀਂ ਸ਼ਬਦਾਵਲੀ ਦਾ ਪ੍ਰਯੋਗ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਜੋੜੇ ਬਣਾਉਣੇ ਹਨ, ਜਿਹਦੇ ਵਿੱਚ ਕੁਝ ਪੰਜਾਬੀ ਦੇ ਸ਼ਬਦ ਤੇ ਅੰਗਰੇਜ਼ੀ ਦੇ ਜਿਹੜੇ ਸ਼ਬਦ ਦਿੱਤੇ ਗਏ ਹਨ। ਤਾਂ ਅਨੁਵਾਦ ਵੇਲੇ ਉਹਨਾਂ ਦਾ ਜਿਹੜਾ ਮੀਨਿੰਗ ਹੈ ਕੀ ਹੁੰਦਾ ਹੈ। ਜਿਵੇਂ ਮੁੱਖ ਖਬਰ ਨੂੰ ਅਸੀਂ ਹੈਡਲਾਈਨਸ ਕਹਿੰਦੇ ਹਾਂ, ਰਸਾਲਾ ਮੈਗਜ਼ੀਨ, ਅਨੁਵਾਦ ਟਰਾਂਸਲੇਸ਼ਨ, ਪਰਚਾ ਹੈਂਡਬਿਲ। ਇਸ ਤੋਂ ਬਾਅਦ
ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨਾ ਹੈ। ਪੰਜਾਬੀ ਦੇ ਕੁਝ ਵਾਕ ਹਨ, ਉਹਨਾਂ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨਾ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਹਮਾਇਤ ਕੀਤੀ ਹੈ। The US president has supported India. ਸਚਿਨ ਤੇਂਦੁਲਕਰ ਭਾਰਤੀ ਕ੍ਰਿਕਟ ਦਾ ਸਿਰਤਾਜ ਹੈ। Sachin Tendulkar is the crown of Indian cricket. ਪੰਜਾਬ 5 ਦਰਿਆਵਾਂ ਦੀ ਧਰਤੀ ਹੈ। Punjab is the land of 5 rivers. ਹਰੇਕ ਵਿਅਕਤੀ ਨੂੰ ਆਪਣੀ ਮਾਂ ਬੋਲੀ ਵਿੱਚ ਗੱਲ ਕਰਨੀ ਚਾਹੀਦੀ ਹੈ। Every person should speak in his mother tongue. ਵਿਦਿਆਰਥੀਆਂ ਨੇ ਰਲ ਕੇ ਖੇਡ ਖੇਡੀ। Students played a game together. ਇਸ ਤੋਂ ਬਾਅਦ ਇਸੇ ਪਾਠ ਦੇ ਵਿੱਚੋਂ ਵਾਕ ਲਏ ਗਏ ਹਨ ਤੇ ਉਹਨਾਂ ਦੇ ਵਿੱਚ ਖਾਲੀ ਥਾਵਾਂ ਛੱਡੀਆਂ ਗਈਆਂ ਹਨ, ਉਹਨਾਂ ਨੂੰ ਅਸੀਂ ਫਿਲ ਕਰਨਾ ਹੈ। ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਉਲਥਾਉਣ ਨੂੰ ਡੈਸ਼ ਆਖਦੇ ਹਨ, ਤਾਂ ਇਸ ਵਿੱਚ ਆਏਗਾ ਅਨੁਵਾਦ। ਅਨੁਵਾਦ ਨੇ ਡੈਸ਼ ਡੈਸ਼ ਦਾ ਰੂਪ ਧਾਰਨ ਕਰ ਲਿਆ ਹੈ, ਤਾਂ ਇਸ ਵਿੱਚ ਆਏਗਾ ਜੀ ਰੁਜ਼ਗਾਰ। ਅਨੁਵਾਦ ਦੀ ਸਮੱਸਿਆ ਇੱਕ ਡੈਸ਼ ਚੁਣੌਤੀ ਹੈ, ਇਸ ਵਿੱਚ ਆਏਗਾ ਗੰਭੀਰ। ਖਬਰਾਂ ਬੋਲਣ ਵਾਲੇ ਡੈਸ਼ ਅਕਸਰ ਗਲਤੀ ਕਰਨ ਜਾਂਦੇ ਹਨ, ਤਾਂ ਇਸ ਵਿੱਚ ਆਏਗਾ ਐਂਕਰ। ਖਬਰਾਂ ਬੋਲਣ ਵਾਲੇ ਐਂਕਰ ਅਕਸਰ ਗਲਤੀ ਕਰ ਜਾਂਦੇ ਹਨ। ਨਾਂ ਦੇ ਅਨੁਵਾਦ ਸਮੇਂ ਉਸ ਦਾ ਡੈਸ਼ ਰੂਪ ਹੀ ਵਰਤਿਆ ਜਾਂਦਾ ਹੈ, ਤਾਂ ਇਸ ਵਿੱਚ ਆਏਗਾ ਸੰਖੇਪ। We work hard to make video. Please like and share. Subscribe channel Punjabi Whiteboard. Thanks for watching.